देश ਵਿੱਚ ਐਲਪੀਜੀ ਉਤਪਾਦਨ 31% ਵਧਿਆ। ਰਿਫਿਲ ਬੁਕਿੰਗ ਲਈ ਡਿਜੀਟਲ ਤਰੀਕੇ ਵਰਤਣ ਦੀ ਹਦਾਇਤ। ਭਲਕੇ 92,700 ਮੀਟ੍ਰਿਕ ਟਨ ਐਲਪੀਜੀ ਭਾਰਤ ਪੁੱਜਣ ਦੀ ਸੰਭਾਵਨਾ। ਸ਼ਿਵਾਲਿਕ ਅਤੇ ਨੰਦਾ ਦੇਵੀ ਜਹਾਜ਼ਾਂ ਰਾਹੀਂ ਪੁੱਜ ਰਹੀ ਹੈ ਐਲਪੀਜੀ। ਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਮੋਡਿਊਲ ਦਾ ਪਰਦਾਫਾਸ਼। अत आधुनिक पिस्तौल और गोली सिक्के सने 6 मुलजम काबू। 3.5 किलो हैरोइन भी बरामद। फास्टैग सालाना पास की फीस विच वाधा। माली साल 2026-27 ਲਈ ਨਵੀਆਂ ਦਰਾਂ लागू। 1 अप्रैल ਤੋਂ देने पैणगे 3075 रुपए। ਤੇ ਭਾਰਤੀ ਫੌਜ ਵੱਲੋਂ ਉਰੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ। ਪਾਕਿਸਤਾਨੀ ਅੱਤਵਾਦੀ ਢੇਰ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸ਼ੁਰੂ ਹੋ ਰਹੇ ਮਾਈ ਭਾਰਤ ਬਜਟ ਕੁਐਸਟ 2026 ਮੁਕਾਬਲੇ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਦੇ ਜੇਤੂਆਂ ਨਾਲ ਗੱਲਬਾਤ ਕਰਨਗੇ। ਇਹ ਪਹਿਲ ਨੀਤੀ ਨਿਰਮਾਣ ਵਿੱਚ ਨੌਜਵਾਨ ਪੀੜ੍ਹੀ ਦੀ ਭੂਮਿਕਾ ਨੂੰ ਮਜ਼ਬੂਤ ਕਰੇਗੀ ਅਤੇ 2047 ਤੱਕ ਆਤਮ ਨਿਰਭਰ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਵੀ ਪਾਵੇਗੀ। ਮਾਈ ਭਾਰਤ ਬਜਟ ਮੁਕਾਬਲੇ ਵਿੱਚ 12 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਅਤੇ 47,000 ਲੇਖ ਜਮ੍ਹਾਂ ਕੀਤੇ ਗਏ। ਕੇਂਦਰੀ ਬਜਟ 2026 ਨੂੰ ਵਿਆਪਕ ਤੌਰ ਤੇ ਯੁਵਾ ਸ਼ਕਤੀ ਵੱਲੋਂ ਸੰਚਾਲਿਤ ਬਜਟ ਮੰਨਿਆ ਜਾ ਰਿਹਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਦੇਸ਼ ਵਿੱਚ ਐਲਪੀਜੀ ਉਤਪਾਦਨ 31% ਵਧਣ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਦੀ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਐਲਪੀਜੀ ਦੀ ਬੁਕਿੰਗ ਰੋਜ਼ਾਨਾ ਔਸਤ ਤੋਂ ਵੱਧ ਚੱਲ ਰਹੀ ਹੈ। ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਲਪੀਜੀ ਸਣੇ ਹੋਰਨਾਂ ਲੋੜੀਂਦੀਆਂ ਵਸਤਾਂ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ। ਸਰਕਾਰ ਨੇ ਔਖੀ ਘੜੀ ਨਾਲ ਨਜਿੱਠਣ ਲਈ ਲੋਕਾਂ ਨੂੰ ਘਬਰਾਹਟ ਤੋਂ ਬਚਣ ਦੀ ਸਲਾਹ ਦਿੱਤੀ ਹੈ। ਬੁਕਿੰਗ ਲਈ ਡਿਜੀਟਲ ਢੰਗ ਤਰੀਕਿਆਂ ਦੀ ਵਰਤੋਂ ਕਰਨ ਦੀ ਹਦਾਇਤ ਦਿੱਤੀ ਹੈ। ਇਸੇ ਦੌਰਾਨ ਮੰਤਰਾਲੇ ਨੇ ਪਾਈਪ ਵਾਲੀ ਕੁਦਰਤੀ ਗੈਸ ਅਤੇ ਤਰਲ ਪੈਟਰੋਲੀਅਮ ਗੈਸ ਦੋਵੇਂ ਕੁਨੈਕਸ਼ਨਾਂ ਵਾਲੇ ਘਰਾਂ ਨੂੰ ਫੌਰੀ ਆਪਣੇ ਐਲਪੀਜੀ ਕੁਨੈਕਸ਼ਨ ਸਰੈਂਡਰ ਕਰਨ ਦੇ ਹੁਕਮ ਦਿੱਤੇ ਨੇ। कमर्शियल सिलेंडर्स के बारे में काफ़ी डिस्कशन हुआ और उसके बाद ये निर्णय लिया गया कि कमर्शियल कंज्यूमर्स को भी कुछ एलपीजी दी जाए और इस संदर्भ में स्टेट गवर्नमेंट्स के साथ भी डिस्कशन हुआ है और जो कमर्शियल सिलेंडर्स हैं स्टेट गवर्नमेंट के डिस्पोजल पर रखे गए हैं टू प्रायोरिटाइज द कंज्यूमर्स। और इसके बारे में मैं आपको ये बताना चाहूँगी कि लगभग 29 स्टेट्स और यूनियन टेरिटरीज में कमर्शियल सिलेंडर्स का डिस्ट्रीब्यूशन स्टार्ट हो गया है और वो कंज्यूमर्स को मिल गए हैं। ਦੂਜੇ ਪਾਸੇ ਸ਼ਿਪਿੰਗ ਮੰਤਰਾਲੇ ਦੇ ਬੁਲਾਰੇ ਰਾਜੇਸ਼ ਕੁਮਾਰ ਸਿਨਹਾ ਨੇ ਕਿਹਾ ਕਿ ਤਕਰੀਬਨ 92,700 ਮੀਟ੍ਰਿਕ ਟਨ ਐਲਪੀਜੀ ਲੈ ਕੇ ਭਾਰਤ ਦੇ 2 ਜਹਾਜ਼ ਸ਼ਿਵਾਲਿਕ ਅਤੇ ਨੰਦਾ ਦੇਵੀ ਭਲਕੇ ਜਾਂ ਮੰਗਲਵਾਰ ਤੱਕ ਭਾਰਤ ਪੁੱਜ ਜਾਣਗੇ। ਇਹ ਦੋਵੇਂ ਜਹਾਜ਼ ਹੋਰਮੁਜ਼ ਜਲ ਡਮਰੂ ਖੇਤਰ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰਕੇ ਭਾਰਤੀ ਪਾਣੀਆਂ ਵੱਲ ਵਧ ਰਹੇ ਨੇ। पर्शियन गल्फ रीजन में सभी भारतीय नाविक सुरक्षित हैं और पिछले 24 घंटे में इनसे संबंधित कोई भी अदरवाइज इंसिडेंट की सूचना नहीं है। जैसा मैंने कल बताया था, स्टेट ऑफ होर्मुज के वेस्ट में पर्शियन गल्फ में 24 भारतीय फ्लैग वेसल्स थे। उसमें से 2 वेसल शिवालिक और नंदा देवी, ये भारतीय इंडियन फ्लैग वेसल थे। शिवालिक और नंदा देवी ये एलपीजी कैरी करते हैं, एलपीजी कैरियर्स हैं। इन्होंने आज अर्ली मॉर्निंग, देर रात में अर्ली मॉर्निंग स्ट्रेट ऑफ होर्मुज क्रॉस किया सेफली और ये भारतवर्ष की तरफ बढ़ रहे हैं। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਸੋਈ ਗੈਸ ਦੀ ਸਪਲਾਈ ਨੂੰ ਲੈ ਕੇ ਸਥਿਤੀ ਪੂਰੀ ਤਰ੍ਹਾਂ ਆਮ ਹੈ। ਪੰਜਾਬ ਦੇ ਬਠਿੰਡਾ ਅਤੇ ਫਰੀਦਕੋਟ ਸਮੇਤ ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਮਿਲੀਆਂ ਰਿਪੋਰਟਾਂ ਮੁਤਾਬਿਕ ਖਪਤਕਾਰਾਂ ਨੂੰ ਸਿਲੰਡਰ ਬੁੱਕ ਕਰਨ ਅਤੇ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਨਹੀਂ ਆ ਰਹੀ। ਬਠਿੰਡਾ ਵਿੱਚ ਗੈਸ ਸਿਲੰਡਰਾਂ ਦੀ ਵੰਡ ਐਪ ਰਾਹੀਂ ਬੁਕਿੰਗ ਕਰਕੇ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਇੱਕ ਬਠਿੰਡਾ ਨਿਵਾਸੀ ਨੇ ਦੱਸਿਆ ਕਿ ਬੁਕਿੰਗ ਕਰਦੇ ਹੀ ਸਿਲੰਡਰ ਆਸਾਨੀ ਨਾਲ ਮਿਲ ਰਿਹਾ ਹੈ।
ਪੰਜਾਬ ਦੇ ਹੀ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਖਪਤਕਾਰਾਂ ਨੇ ਗੈਸ ਦੀ ਘਾਟ ਦੀਆਂ ਅਫਵਾਹਾਂ ਨੂੰ ਨਕਾਰਦਿਆਂ ਕਿਹਾ ਕਿ ਸਪਲਾਈ ਬਿਲਕੁਲ ਨਿਰਵਿਘਨ ਹੈ। ਇੱਕ ਖਪਤਕਾਰ ਅਨੁਸਾਰ ਉਹਨਾਂ ਨੇ ਸਿਲੰਡਰ ਬੁੱਕ ਕਰਵਾਇਆ ਸੀ ਅਤੇ ਇਹ ਸਮੇਂ ਸਿਰ ਮਿਲ ਗਿਆ ਹੈ। ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਪੇਸ਼ ਨਹੀਂ ਆਈ। ਅਜਿਹਾ ਹੀ ਹਾਲ ਉੱਤਰ ਪ੍ਰਦੇਸ਼ ਦੇ ਸ਼ਾਮਲੀ ਅਤੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਸਿਲੰਡਰ ਲਈ ਲਾਈਨਾਂ ਵਿੱਚ ਨਹੀਂ ਲੱਗਣਾ ਪੈ ਰਿਹਾ। ਸੁਕਮਾ ਦੇ ਇੱਕ ਖਪਤਕਾਰ ਨੇ ਦੱਸਿਆ ਕਿ ਗੈਸ ਸਿਲੰਡਰ ਹਰ ਸਮੇਂ ਉਪਲਬਧ ਨੇ ਅਤੇ ਹੋਮ ਡਿਲੀਵਰੀ ਵੀ ਸਮੇਂ ਸਿਰ ਹੋ ਰਹੀ ਹੈ। ਸ਼ਾਮਲੀ ਵਿੱਚ ਤਾਂ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਇੰਨੇ ਵਧੀਆ ਪ੍ਰਬੰਧ ਨੇ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਜਾ ਕੇ ਸਿਲੰਡਰ ਲੈ ਸਕਦਾ ਹੈ। 100 ਫੁੱਟੀ ਰੋਡ ਤੇ ਅਸੀਂ ਕੱਲ ਸਿਲੰਡਰ ਬੁੱਕ ਕਰਾਇਆ ਸੀ, ਅੱਜ ਮਿਲ ਗਈ। ਐਪ ਤੇ ਕਰਾਇਆ ਸੀਗਾ, ਕੋਈ ਇਹੋ ਜਿਹੀ ਗੱਲ ਨਹੀਂ, ਮੁਸ਼ਕਿਲ ਵਾਲੀ ਗੱਲ ਨਹੀਂ ਗੀ। ਐਪ ਤੇ ਬੁੱਕ ਕਰਾਓ, ਮਿਲ ਜਾਂਦਾ ਆਸਾਨੀ ਨਾਲ। ਅਫਵਾਹ ਹੀ ਉਹ ਨਾ ਫੈਲਾਓ ਜੀ, ਆਪਾਂ ਕਹਿੰਦੇ ਵੀ ਅਫਵਾਹ ਨਾ ਫੈਲਾਓ, ਆਰਾਮ ਨਾਲ ਮਿਲ ਜਾਣਾ ਸਿਲੰਡਰ, ਕੋਈ ਗੱਲ ਨਹੀਂ। कोई लाइन च नहीं लगना पड़ा। ਨਹੀਂ ਕੁਝ ਨਹੀਂ ਲੱਗਣਾ ਪਿਆ ਜੀ, ਪਹਿਲ ਦੇ ਆਧਾਰ ਤੇ ਕਰਦਾ ਆਪਣਾ ਕੰਮ ਤਾਂ। यहाँ जैसी व्यवस्था तो कहीं भी नहीं है जी, पूरे हिंदुस्तान में नहीं होगी यहाँ जैसी व्यवस्था। यहाँ तो बिल्कुल खाली है, किसी भी टाइम सिलेंडर लेने जाओ तुरंत उपलब्ध हो जा। कहीं कुछ भी नहीं है, ये जो जमाखोर है न उनका काम है। हमारे यहाँ तो ऐसा कुछ नहीं है, आ रहे हैं सिलेंडर ले जा रहे हैं, कोई दिक्कत नहीं है। गैस नहीं था बट मैं बुकिंग के लिए आया था, तो यहाँ तो इजीली अवेलेबल हो गया। ऐसा कोई हड़बड़ी वाली बात नहीं है, और आराम से हो जा रहा है। आसानी ना मिल जाए, इसमें लाइन च नहीं लगना पे हमें ऐसे बस 10-15 मिनट ही हो। ਦਿੱਲੀ ਦੇ ਨਵਨਿਯੁਕਤ ਉਪ ਰਾਜਪਾਲ ਤਰਨਜੀਤ ਸਿੰਘ ਸਮੁੰਦਰੀ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਦਿੱਲੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਹਨਾਂ ਪਰਿਵਾਰ ਸਣੇ ਗੁਰੂ ਘਰ ਵਿੱਚ ਸ਼ੁਕਰਾਨਾ ਅਰਦਾਸ ਕੀਤੀ। ਇਸ ਦੌਰਾਨ ਉਹਨਾਂ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ SGPC ਵੱਲੋਂ ਤਰਨਜੀਤ ਸਿੰਘ ਸਮੁੰਦਰੀ ਦਾ ਸਨਮਾਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਰਨਜੀਤ ਸਿੰਘ ਸਮੁੰਦਰੀ ਨੇ ਕਿਹਾ ਕਿ ਉਹ ਦਿੱਲੀ ਦੇ ਵਿਕਾਸ ਵਿੱਚ ਆਪਣੀ ਬਣਦੀ ਭੂਮਿਕਾ ਨਿਭਾਉਣਗੇ। struggle for reform of Sikh ਗੁਰਦੁਆਰਾ ਤੇ ਤੁਹਾਨੂੰ ਬੜਾ ਲੱਗੂ। ਉਹਦੇ ਤੋਂ ਬਾਅਦ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਉਹ ਦਰਬਾਰ ਸਾਹਿਬ ਸਵੇਰੇ ਚੱਲ ਕੇ ਆਉਂਦੇ ਸੀ ਜੀ, ਉਹਨਾਂ ਨੂੰ ਵੀ ਬਹੁਤ ਆਸ਼ੀਰਵਾਦ ਦਰਬਾਰ ਸਾਹਿਬ ਤੋਂ ਮਿਲਿਆ। ਮੈਨੂੰ ਵੀ ਕੁਝ ਦਿਨ ਪਹਿਲਾਂ ਦਿੱਲੀ ਦੀ ਰਿਸਪੌਂਸਿਬਿਲਿਟੀ ਦਿੱਤੀ ਗਈ ਆ, ਮੈਂ ਸਭ ਤੋਂ ਪਹਿਲਾਂ ਇੱਥੇ ਆਸ਼ੀਰਵਾਦ ਲੈਣ ਆਇਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ 6 ਆਧੁਨਿਕ ਪਿਸਤੌਲ, 60 ਜ਼ਿੰਦਾ ਕਾਰਤੂਸ ਅਤੇ 3.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਮੁਤਾਬਿਕ ਇਸ ਮਾਮਲੇ ਦੇ ਤਾਰ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਜੁੜੇ ਹੋਏ ਨੇ, ਜਿਹੜੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਕਰਵਾ ਰਹੇ ਨੇ। ਅੰਮ੍ਰਿਤਸਰ ਪੁਲਿਸ ਨੇ ਇਸ ਸੰਬੰਧੀ 2 ਥਾਈਂ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਡੇ ਮਾਨਯੋਗ CM ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਔਰ ਜੋ ਕ੍ਰਾਸ ਬਾਰਡਰ ਜਿਹੜੀ ਸਮਗਲਿੰਗ ਹੋ ਰਹੀ ਹੈ ਵੈਪਨਸ ਤੇ ਨਾਰਕੋਟਿਕ, ਉਹ 'ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ। 6 ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਤੇ ਬਹੁਤ ਹੀ ਸੋਫਿਸਟੀਕੇਟਿਡ 6 ਵੈਪਨ ਤੇ 3 kg ਕਿਉਂਕਿ 3.5 kg ਤੋਂ ਉੱਪਰ ਜਿਹੜੀ ਹੈ ਹੀਰੋਇਨ ਬਰਾਮਦ ਕੀਤੀ ਗਈ ਹੈ। ਤੋ ਇਹ ਸਾਰਾ ਜਿਹੜਾ ਮੋਡਿਊਲ ਹੈ ਬਾਹਰੋਂ ਪਾਕਿਸਤਾਨ ਬੇਸਡ ਸਮਗਲਰਸ, ISI, ਸ਼ਹਿਜ਼ਾਦ ਭੱਟੀ ਦਾ ਵੀ ਲਿੰਕ ਆਇਆ ਇਹਦੇ ਵਿੱਚ। ਇਹ ਸਾਰੇ ਇੰਪੋਰਟੈਂਟ ਜਿਹੜੇ ਬੰਦੇ ਆ ਉਹ ਉਹਨਾਂ ਨਾਲ ਲਿੰਕਡ ਸੀਗੇ ਤੇ ਨਾਰਕੋ ਤੇ ਆਰਮਸ ਦੀ ਜਿਹੜੀ ਸਮਗਲਿੰਗ ਹੈ, ਡਰੋਨਸ ਰਾਹੀਂ ਪੁਸ਼ਨ ਕੀਤੇ ਜਾ ਰਹੇ ਵੈਪਨ ਤੇ ਡਰੱਗ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਇੰਡੀਅਨ ਟੈਰੀਟਰੀ ਦੇ ਵਿੱਚ, ਉਹ ਸਾਰਾ ਬਸਟ ਕੀਤਾ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਯਾਨੀ NHAI ਨੇ ਮਾਲੀ ਸਾਲ 2026-27 ਲਈ ਫਾਸਟੈਗ ਸਾਲਾਨਾ ਪਾਸ ਲਈ ਲਾਗੂ ਫੀਸ ਨੂੰ 3000 ਰੁਪਏ ਤੋਂ ਵਧਾ ਕੇ 3075 ਰੁਪਏ ਕਰਨ ਦਾ ਐਲਾਨ ਕੀਤਾ ਹੈ। ਸੜਕ ਆਵਾਜਾਈ ਅਤੇ ਕੌਮੀ ਸ਼ਾਹ ਮਾਰਗ ਮੰਤਰਾਲੇ ਨੇ ਕਿਹਾ ਕਿ 75 ਰੁਪਏ ਦੀ ਵਧੀ ਹੋਈ ਫੀਸ ਅਗਲੇ ਮਹੀਨੇ ਦੀ 1 ਤਰੀਕ ਤੋਂ ਲਾਗੂ ਹੋਵੇਗੀ।
ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਸੋਧੀ ਹੋਈ ਦਰ ਕੌਮੀ ਰਾਜਮਾਰਗਾਂ ਤੇ ਕੌਮੀ ਐਕਸਪ੍ਰੈਸਵੇ ਤੇ 1000 ਤੋਂ ਵੱਧ ਟੋਲ ਪਲਾਜ਼ਾ ਤੇ ਸਾਲਾਨਾ ਪਾਸ ਸਹੂਲਤ ਦਾ ਲਾਭ ਹਾਸਲ ਕਰ ਸਕਣਗੇ ਔਰ ਇਸ ਸਾਲਾਨਾ ਪਾਸ ਦੀ ਸਹੂਲਤ ਵਾਹਨ ਚਾਲਕਾਂ ਨੂੰ ਵਾਰ-ਵਾਰ ਰੀਚਾਰਜ ਕਰਨ ਦੇ ਝੰਜਟ ਤੋਂ ਮੁਕਤੀ ਦਿੰਦੀ ਹੈ। ਇਸ ਪਾਸ ਤਹਿਤ ਖਪਤਕਾਰ 1 ਸਾਲ ਦੀ ਵੈਧਤਾ 'ਚ ਵੱਧ ਤੋਂ ਵੱਧ 200 ਵਾਰ ਟੋਲ ਪਲਾਜ਼ਾ ਪਾਰ ਕਰਨ ਲਈ 1 ਵਾਰ ਫੀਸ ਅਦਾ ਕਰ ਸਕਦੇ ਨੇ। ਇਹ ਪਾਸ ਰਾਜਮਾਰਗ ਯਾਤਰਾ ਐਪ ਜਾਂ NHAI ਦੀ ਵੈਬਸਾਈਟ ਰਾਹੀਂ ਐਕਟੀਵੇਟ ਕੀਤਾ ਜਾ ਸਕਦਾ ਹੈ ਅਤੇ ਭੁਗਤਾਨ ਦੇ 2 ਘੰਟਿਆਂ ਦੇ ਅੰਦਰ ਹੀ ਵਾਹਨ ਦੇ ਮੌਜੂਦਾ ਫਾਸਟੈਗ ਤੇ ਲਾਗੂ ਹੋ ਜਾਂਦਾ ਹੈ। ਪਿਛਲੇ ਸਾਲ 15 ਅਗਸਤ ਨੂੰ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਕੌਮੀ ਮਾਰਗਾਂ ਤੇ ਸਫ਼ਰ ਕਰਨ ਵਾਲੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਚੋਣ ਕਮਿਸ਼ਨ ਨੇ 4 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅਸਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਸਾਰੇ ਵਿਧਾਨ ਸਭਾ ਖੇਤਰਾਂ ਦਾ ਦੌਰਾ ਕੀਤਾ ਅਤੇ ਸਿਆਸੀ ਪਾਰਟੀਆਂ ਨਾਲ ਤਰੀਕਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਹੈ। 294 ਮੈਂਬਰੀ ਪੱਛਮੀ ਬੰਗਾਲ ਵਿਧਾਨ ਸਭਾ ਦਾ ਸੈਸ਼ਨ 7 ਮਈ ਨੂੰ, 126 ਮੈਂਬਰੀ ਅਸਮ ਵਿਧਾਨ ਸਭਾ ਦਾ ਸੈਸ਼ਨ 20 ਮਈ ਨੂੰ ਅਤੇ 140 ਮੈਂਬਰੀ ਕੇਰਲਮ ਵਿਧਾਨ ਸਭਾ ਦਾ ਸੈਸ਼ਨ 23 ਮਈ ਨੂੰ ਸਮਾਪਤ ਹੋਵੇਗਾ। 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ ਦਾ ਸੈਸ਼ਨ 10 ਮਈ ਨੂੰ ਅਤੇ 30 ਮੈਂਬਰੀ ਪੁਡੂਚੇਰੀ ਵਿਧਾਨ ਸਭਾ ਦਾ ਸੈਸ਼ਨ 15 ਜੂਨ ਨੂੰ ਸਮਾਪਤ ਹੋਵੇਗਾ। Buxa Tiger Reserve Hills to reach the polling booths of 759 electors, and similarly in Tamil Nadu, Varusanath Hills in Theni district, polling officers travel 3 hours across difficult terrain to reach 5 electors. Puducherry also, in its Chidambaram Pillai schools, once a French colony, was designated model polling stations, which has 2 polling stations of 722 and 651 electors. A total of 25 lakh election officials shall be deployed across 5 states and union territory, out of which 15 lakhs will be polling personnel, 8.5 lakh security personnel, 49,000 micro observers, 1,444 observers, 40,000 counting officials, 21,000 sector officers, and 15,000 micro observers for counting as well. The voter awareness campaign has progressed well, the maximum of which came through the special intensive revision enumeration forms. Apart from that, the Election Commission itself, the Chief Electoral Officers and our sweep icons have penetrated deep with the substantial range and depth to reach each and every voter. ਭਾਰਤੀ ਫੌਜ ਨੇ ਜੰਮੂ ਕਸ਼ਮੀਰ ਦੇ ਉਰੀ ਸੈਕਟਰ ਵਿੱਚ ਕੰਟਰੋਲ ਰੇਖਾ ਯਾਨੀ LOC ਦੇ ਨੇੜੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਦੌਰਾਨ ਇੱਕ ਪਾਕਿਸਤਾਨੀ ਅੱਤਵਾਦੀ ਵੀ ਢੇਰ ਹੋਇਆ ਹੈ। ਫੌਜ ਦੀ ਸ਼੍ਰੀਨਗਰ ਸਥਿਤ ਚਨਾਰ ਕੋਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਘੁਸਪੈਠ ਦੀ ਕੋਸ਼ਿਸ਼ ਦੇ ਸਬੰਧ ਵਿੱਚ ਜੰਮੂ ਕਸ਼ਮੀਰ ਪੁਲਿਸ ਵੱਲੋਂ ਦਿੱਤੀ ਗਈ ਖੁਫੀਆ ਜਾਣਕਾਰੀ ਦੇ ਆਧਾਰ ਤੇ ਉਰੀ ਸੈਕਟਰ ਦੇ ਇਲਾਕੇ ਬੁੱਚਰ ਵਿੱਚ 14-15 ਮਾਰਚ ਦੀ ਦਰਮਿਆਨੀ ਰਾਤ ਨੂੰ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਫੌਜੀਆਂ ਨੇ ਝਾੜੀਆਂ ਵਿੱਚ ਇੱਕ ਅੱਤਵਾਦੀ ਦੀ ਸ਼ੱਕੀ ਹਰਕਤ ਦੇਖੀ। ਇਸ ਦੌਰਾਨ ਸੁਰੱਖਿਆ ਬਲਾਂ ਦੀ ਨਫਰੀ ਤੋਂ ਘਬਰਾ ਕੇ ਲੁਕੇ ਅੱਤਵਾਦੀ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਤੇ ਮੁਕਾਬਲੇ ਵਾਲੀ ਥਾਂ ਤੋਂ ਇੱਕ AK ਰਾਈਫਲ, ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਸਮੇਤ ਹੋਰ ਜੰਗੀ ਸਮੱਗਰੀ ਬਰਾਮਦ ਕੀਤੀ ਗਈ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ DD ਨਿਊਜ਼ ਪੰਜਾਬ ਦੇ YouTube ਚੈਨਲ, Facebook ਪੇਜ, Instagram ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ। ਤੇ ਬੁਲੇਟਿਨ ਦੇ ਅਖੀਰ ਵਿੱਚ ਹੁਣ ਹੋਈਆਂ ਖਬਰਾਂ ਇੱਕ ਵਾਰ ਫਿਰ ਤੋਂ। PM ਮੋਦੀ ਮਾਈ ਭਾਰਤ ਬਜਟ ਕੁਐਸਟ 2026 ਦੇ ਜੇਤੂਆਂ ਨਾਲ ਹੋਣਗੇ ਰੂਬਰੂ। ਇਹ ਉਪਰਾਲਾ ਨੀਤੀ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਕਰੇਗਾ ਮਜ਼ਬੂਤ। ਮੁਕਾਬਲੇ ਵਿੱਚ 12 ਲੱਖ ਤੋਂ ਵੱਧ ਨੌਜਵਾਨਾਂ ਨੇ 47,000 ਲੇਖ ਕੀਤੇ ਜਮ੍ਹਾਂ। ਦੇਸ਼ ਵਿੱਚ LPG ਉਤਪਾਦਨ 31% ਵਧਿਆ। ਰਿਫਿਲ ਬੁਕਿੰਗ ਲਈ ਡਿਜੀਟਲ ਤਰੀਕੇ ਵਰਤਣ ਦੀ ਹਦਾਇਤ। ਭਲਕੇ 92,700 ਮੀਟ੍ਰਿਕ ਟਨ LPG ਭਾਰਤ ਪੁੱਜਣ ਦੀ ਸੰਭਾਵਨਾ। ਸ਼ਿਵਾਲਿਕ ਅਤੇ ਨੰਦਾ ਦੇਵੀ ਜਹਾਜ਼ਾਂ ਰਾਹੀਂ ਪੁੱਜ ਰਹੀ ਹੈ LPG। ਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦ ਪਾਰੋਂ ਚੱਲ ਰਹੇ ਮੋਡਿਊਲ ਦਾ ਪਰਦਾਫਾਸ਼। ਆਧੁਨਿਕ ਪਿਸਤੌਲ ਅਤੇ ਗੋਲੀ ਸਿੱਕੇ ਸਣੇ 6 ਮੁਲਜ਼ਮ ਕਾਬੂ। 3.5 ਕਿਲੋ ਹੈਰੋਇਨ ਵੀ ਬਰਾਮਦ।
ਫਾਸਟੈਗ ਸਾਲਾਨਾ ਪਾਸ ਦੀ ਫੀਸ ਵਿੱਚ ਵਾਧਾ। ਮਾਲੀ ਸਾਲ 2026-27 ਲਈ ਨਵੀਆਂ ਦਰਾਂ ਲਾਗੂ। 1 ਅਪ੍ਰੈਲ ਤੋਂ ਦੇਣੇ ਪੈਣਗੇ 3075 ਰੁਪਏ। ਤੇ ਭਾਰਤੀ ਫੌਜ ਵੱਲੋਂ ਉਰੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ। ਪਾਕਿਸਤਾਨੀ ਅੱਤਵਾਦੀ ਢੇਰ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ। ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।